ਸਾਡੇ ਅਵਤਾਰ ਸਿੰਘ ਭਗਤਾ ਭਾਈ ਦੇ ਵਿੱਚ ਮੈਂ ਖੁਦ ਉਹਦੇ ਕੋਲ ਆਪਣੀ ਰਜਿਸਟਰੀ ਕਰਾਉਣ ਵਾਸਤੇ ਚਲਾ ਗਿਆ। ਉਹਨੇ ਮੇਰੇ ਕੋਲ 25,000 ਰੁਪਏ ਮੰਗਿਆ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਪੈਸੇ ਕਿਸ ਚੀਜ਼ ਦੇ ਲੈ ਰਹੇ ਆ, ਮੇਰੀ ਰਜਿਸਟਰੀ ਸਹੀ ਹੈਗੀ? ਕਹਿੰਦਾ ਜੀ ਪੈਸੇ ਤਾਂ ਲੈਣੇ ਬਣਦੇ ਹੀ ਨਹੀਂ, ਕਿਉਂਕਿ ਅਸੀਂ ਤਹਿਸੀਲਾਂ ਜਿਹੜੀਆਂ ਠੇਕੇ ਤੇ ਲਈਆਂ ਹੋਈਆਂ, ਅਸੀਂ ਮੰਤਰੀ ਸਾਹਿਬ ਨੂੰ ਮਹੀਨਾ ਭਰਦੇ ਹਾਂ। ਜੇ ਮੰਤਰੀ ਸਾਹਿਬ ਮਹੀਨਾ ਭਰਦੇ ਤਾਂ ਅਸੀਂ ਮਹੀਨਾ ਕਿੱਥੋਂ ਲੈ ਕੇ ਦੇਵਾਂਗੇ? ਤੁਹਾਨੂੰ ਤਾਂ ਸਾਡੀ ਤਨਖਾਹ ਦਾ ਹੀ ਪਤਾ ਵੀ ਕਿੰਨੀ ਕੁ ਤਨਖਾਹ ਹੁੰਦੀ ਹੈ। ਜੇ ਅਸੀਂ ਲੋਕਾਂ ਤੋਂ ਇਕੱਠੇ ਕਰਾਂਗੇ ਤਾਂ ਹੀ ਮੰਤਰੀ ਨੂੰ ਦੇਵਾਂਗੇ, ਜੇ ਅਸੀਂ ਉਹਨੂੰ ਨਹੀਂ ਦਿੰਦੇ ਤਾਂ ਉਹਨੇ ਸਾਨੂੰ ਇੱਥੇ ਰਹਿਣ ਨਹੀਂ ਦੇਣਾ। ਮੈਂ ਇਹਨਾਂ ਸੱਚੇ ਮਨ ਦੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੇ ਬੱਚਿਆਂ ਨੂੰ ਨਸ਼ੇ ਤੇ ਨਹੀਂ ਲਾਵਾਂਗਾ, ਹਮੇਸ਼ਾ ਰੁਜ਼ਗਾਰ ਦੇਵਾਂਗਾ ਔਰ ਤੁਹਾਡੇ ਘਰਾਂ ਦੀ ਤਰੱਕੀ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ। ਇਹੀ ਮੈਂ ਸਰਦਾਰ ਸਿਕੰਦਰ ਸਿੰਘ ਮਲੂਕਾ ਬਣੀ, ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਗੁੰਡਾਗਰਦੀ ਔਰ ਨਸ਼ਾ ਲੈ ਕੇ ਆਂਦਾ ਔਰ ਤੁਸੀਂ ਦੇਖਿਆ ਕਿ ਧੀਆਂ ਭੈਣਾਂ ਨੂੰ ਕਿਵੇਂ ਗੁੱਤਾਂ ਤੋਂ ਫੜ ਕੇ ਕੁੱਟਿਆ ਗਿਆ ਸੜਕਾਂ ਦੇ ਉੱਤੇ। ਤੇ ਦੂਸਰੇ ਮੰਤਰੀ ਸਾਡੇ ਕੈਬਨਿਟ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਪਹਿਲਾਂ ਤਾਂ ਲੋਕਾਂ ਨੂੰ ਲਾਰੇ ਲਾਉਂਦੇ ਰਹੇ ਕਿ ਮੈਂ ਕਦੇ ਮੰਤਰੀ ਨਹੀਂ ਬਣਿਆ, ਮੇਰੇ ਕੋਲ ਕੋਈ ਪਾਵਰ ਨਹੀਂ ਸੀ। ਇਸ ਵਾਰ ਤਾਂ ਉਹ ਕੈਬਨਿਟ ਮੰਤਰੀ ਵੀ ਬਣਿਆ ਔਰ ਪੂਰੇ ਉੱਚੇ ਉਹਦੇ ਉੱਤੇ ਵੀ ਰਿਹਾ, ਪਾਵਰ ਵੀ ਆਈ। ਪਰ ਉਹ ਜਿਹੜੇ ਉਹਦੇ ਨਾਲ ਸ਼ੁਰੂ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਬੰਦੇ ਖੜੇ ਸੀ, ਉਹਨਾਂ ਦੇ ਸੁਪਨਿਆਂ ਦਾ ਉਹਨਾਂ ਦਾ ਘਾਣ ਕੀਤਾ ਤੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਉਹ ਮਲੂਕਾ ਸਾਹਿਬ ਦੇ ਮੂਹਰੇ ਹੁੰਦੇ ਸੀ ਜਿਨ੍ਹਾਂ ਨੇ ਲੋਕਾਂ ਦੀ ਗੁੰਡਾਗਰਦੀ ਕੀਤੀ, ਉਹੀ ਇਹਨੇ ਮੂਹਰੇ ਲਾ ਲਏ। ਕੋਈ ਵਿਕਾਸ ਨਾਂ ਦੀ ਚੀਜ਼ ਨਹੀਂ ਹੈ। ਦੂਜੇ ਪਾਸੇ ਤੁਸੀਂ ਦੇਖ ਹੀ ਰਹੇ ਆ ਕਿ ਗੁੰਡਾਗਰਦੀ ਇੰਨੀ ਵੱਧ ਚੁੱਕੀ ਹੈ ਕਿ ਦਿਨੇ ਦਿਹਾੜੇ ਲੁੱਟਾਂ ਖੋਹਾਂ, ਚੋਰੀਆਂ, ਡਾਕੇ, ਸ਼ਰੇਆਮ ਮਰਡਰ ਹੋ ਰਹੇ ਹੈ। ਜਿਸ ਤਰ੍ਹਾਂ ਕਿ ਪਹਿਲਾਂ ਯੂਪੀ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਹੋਇਆ ਕਰਦਾ ਸੀ, ਜੋ ਅੱਜ ਪੰਜਾਬ ਦੇ ਵਿੱਚ ਉਸ ਤੋਂ ਵੀ ਬਿਹਤਰ ਹੁੰਦਾ ਜਾ ਰਿਹਾ। नमस्कार जी, मैं हल्का रामपुरा फुल तो रजनीश करकरा। अज थोड़ी असी जान पहचान करा रहे हैं भाजपा ते पंजाब लोक कांग्रेस के सांझे उम्मीदवार डॉक्टर अमरजीत शर्मा जी, जिन्होंने हल्का रामपुरा फुल तो टिकट मिली है। असी जानते इन्हों के विचार भी ये किस मुद्दे को लैके ये हल्के दे विच उतरे ने चोण मैदान दे विच, ते नाल ये भी दस दिए भी इन्हों का मुकाबला दो साबका कैबिनेट मंत्री है ते आम आदमी पार्टी के प्रसिद्ध गायक नाल हो जा रहा है। मैं धन्यवाद करता है बीजेपी पार्टी का और कैप्टन अमरिंदर सिंह जी का, जिन्होंने कि मेरे ते विश्वास किया तो मैंने इत्थों उम्मीदवार बनाया। तो मैं उन्होंने सुपनों को साकार करने की कोशिश कराँगा। मैं कोशिश कराँगा कि मैं ਵੱਧ ਤੋਂ ਵੱਧ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਾਂ ਤੇ ਉਹਨਾਂ ਨੂੰ ਦਾਗ ਨਾ ਲੱਗੇ। ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਇੱਥੋਂ ਹਲਕੇ ਨਾਲ ਵਿਚਰਦੇ ਰਹੇ ਹੋ, ਮੇਰਾ ਖਿਆਲ ਹੈ ਇੱਕ ਵਾਰੀ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਉਸ ਤੋਂ ਬਾਅਦ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਸੀ, ਫਿਰ ਤੁਸੀਂ ਭਾਜਪਾ ਪਾਰਟੀ ਜੁਆਇਨ ਕਰ ਲਈ, ਹੁਣ ਤੁਸੀਂ ਫਿਰ ਦਲ ਬਦਲ ਲਿਆ। ਇਸ ਤਰ੍ਹਾਂ ਤੁਹਾਡੇ ਨੂੰ ਪ੍ਰੋਬਲਮ ਨਹੀਂ ਆਊਗੀ ਵੀ ਲੋਕ ਤੁਹਾਨੂੰ ਕਰਨਗੇ? ਸਰ ਇਸ ਤਰ੍ਹਾਂ ਹੈ ਕਿ ਮੈਂ ਲੰਮੇ ਟਾਈਮ ਤੋਂ, ਮੇਰਾ ਪਰਿਵਾਰ ਵੀ ਤੇ ਮੈਂ ਵੀ ਕਾਂਗਰਸ ਪਾਰਟੀ ਦੇ ਨਾਲ ਚੱਲ ਰਹੀ ਸੀ, ਪਰ ਮੈਂ ਕੋਈ ਵੀ ਦਲ ਨਹੀਂ ਬਦਲਿਆ। ਲੰਮੇ ਟਾਈਮ ਤੋਂ ਕਾਂਗਰਸ ਦੇ ਨਾਲ ਚੱਲ ਰਿਹਾ ਸੀਗਾ। ਕੁਛ ਪਿਛਲੇ ਸਮੇਂ ਦੌਰਾਨ ਸਾਡੇ ਜੋ ਕਾਂਗਰਸ ਦੇ ਉਮੀਦਵਾਰ ਸੀ, ਉਹਨਾਂ ਨੇ ਪੁਰਾਣੇ ਟਕਸਾਲੀ ਕਾਂਗਰਸੀਆਂ ਨੂੰ ਅਣਦੇਖਿਆ ਕੀਤਾ ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਫਿਰ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਮੈਨੂੰ ਚੋਣ ਲੜਾਈ ਤੇ ਮੈਂ ਉਹਨਾਂ ਦੇ ਵਿੱਚ ਆ ਕੇ ਲੜਿਆ। ਤਾਂ ਅੱਜ ਭਾਜਪਾ 'ਚ ਆਉਣ ਦਾ ਇਹੀ ਕਾਰਨ ਸੀ ਕਿ ਕਾਂਗਰਸ ਸਾਹਿਬ ਦੀਆਂ ਨੀਤੀਆਂ ਤੋਂ ਇੰਨਾ ਗਿਰ ਚੁੱਕੀ ਸੀ कि तुसीं देखे व्यापारी, दुकानदार, किसान हर वर्ग इस तो दुखी सी। क्योंकि पिछले तुसीं देखिया कांग्रेस की सरकार के अंदर सारे मंत्री इन्ने करप्ट सीगे कि इन्हां नूं कल्ले कल्ले दा तुसीं देख रहे सी नाम आया ते आपस में कुत्तियां की तरह लड़ रही है। मैनूं नहीं लगता कि ये कोई पढ़े लिखे का वर्ग है। कांग्रेस पार्टी सी एक पंजाब की सेवा वास्ते, पर इन्हें सेवा का की लोगों का ही घाण किया। ना इत्थे कोई कानून रहा, ना कोई अफसर काम कर रहा सी, सिर्फ करप्शन का बोलबाला सी। ਤੁਹਾਡਾ ਮੁਕਾਬਲਾ ਦੋ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਪ੍ਰਸਿੱਧ ਗਾਇਕ ਬਲਕਾਰ ਸਿੱਧੂ, ਜੋ ਕਿ ਆਮ ਆਦਮੀ ਪਾਰਟੀ ਤੋਂ ਲੜ ਰਹੇ ਨੇ, ਉਹਨਾਂ ਨਾਲ ਹੈ। ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਵੀ ਕਿਵੇਂ ਤੁਸੀਂ ਉਹਨਾਂ ਨਾਲ ਫਾਈਟ ਲੜ ਸਕਦੇ ਹੋ? ਦੇਖੋ ਜੀ, ਮੈਨੂੰ ਲੋਕਾਂ 'ਤੇ ਪੂਰਾ ਵਿਸ਼ਵਾਸ ਹੈ ਔਰ ਉਹਨਾਂ ਨੂੰ ਲੋਕਾਂ ਨੇ ਦੇਖ ਲਿਆ। ਇੱਕ 4 ਵਾਰ ਜਿੱਤਿਆ ਹੋਇਆ, ਇੱਕ 3 ਵਾਰ ਜਿੱਤਿਆ ਹੋਇਆ। ਉਹਨਾਂ ਨੂੰ ਲੋਕਾਂ ਨੇ ਦੇਖ ਲਿਆ, ਕੈਬਨਿਟ ਮੰਤਰੀ ਦੇ ਅਹੁਦਿਆਂ 'ਤੇ ਵੀ ਰਹੇ ਤੇ ਲੋਕ ਲਗਾਤਾਰ ਉਹਨਾਂ ਦੇ ਨਾਲ ਵਿਚਰਦੇ ਵੀ ਰਹੇ। ਜੋ ਉਹਨਾਂ ਨੇ ਅੱਜ ਤੱਕ ਝੂਠ ਦੀ ਰਾਜਨੀਤੀ ਕੀਤੀ ਹੈ। ਇੱਕ ਜਦੋਂ ਪਹਿਲਾਂ ਸਰਦਾਰ ਸਿਕੰਦਰ ਸਿੰਘ ਮਲੂਕਾ ਬਣੀ, ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਗੁੰਡਾਗਰਦੀ ਔਰ ਨਸ਼ਾ ਲੈ ਕੇ ਆਂਦਾ
ਔਰ ਤੁਸੀਂ ਦੇਖਿਆ ਕਿ ਧੀਆਂ ਭੈਣਾਂ ਨੂੰ ਕਿਵੇਂ ਗੁੱਤਾਂ ਤੋਂ ਫੜ ਕੇ ਕੁੱਟਿਆ ਗਿਆ ਸੜਕਾਂ ਦੇ ਉੱਤੇ। ਤੇ ਦੂਸਰੇ ਮੰਤਰੀ ਸਾਡੇ ਕੈਬਨਿਟ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਪਹਿਲਾਂ ਤਾਂ ਲੋਕਾਂ ਨੂੰ ਲਾਰੇ ਲਾਉਂਦੇ ਰਹੇ ਕਿ ਮੈਂ ਕਦੇ ਮੰਤਰੀ ਨਹੀਂ ਬਣਿਆ, ਮੇਰੇ ਕੋਲ ਕੋਈ ਪਾਵਰ ਨਹੀਂ ਸੀ। ਇਸ ਵਾਰ ਤਾਂ ਉਹ ਕੈਬਨਿਟ ਮੰਤਰੀ ਵੀ ਬਣਿਆ ਔਰ ਪੂਰੇ ਉੱਚੇ ਉਹਦੇ ਉੱਤੇ ਵੀ ਰਿਹਾ, ਪਾਵਰ ਵੀ ਆਈ। ਪਰ ਉਹ ਜਿਹੜੇ ਉਹਦੇ ਨਾਲ ਸ਼ੁਰੂ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਬੰਦੇ ਖੜੇ ਸੀ, ਉਹਨਾਂ ਨੇ ਉਹਨਾਂ ਦੇ ਸੁਪਨਿਆਂ ਦਾ ਉਹਨਾਂ ਦਾ ਘਾਣ ਕੀਤਾ ਤੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਕਿਉਂਕਿ ਚੰਦ ਲੋਕ ਜੋ ਮਲੂਕਾ ਸਾਹਿਬ ਦੇ ਮੂਹਰੇ ਹੁੰਦੇ ਸੀ, ਜਿਨ੍ਹਾਂ ਨੇ ਲੋਕਾਂ ਦੀ ਗੁੰਡਾਗਰਦੀ ਕੀਤੀ, ਉਹੀ ਇਹਨੇ ਮੂਹਰੇ ਲਾ ਲਏ। ਤੇ ਤੁਸੀਂ ਜਾਣਦੇ ਹੈ ਕਿ ਲੋਕਾਂ ਦਾ ਕੀ ਹਾਲਾਤ ਨੇ ਪਿੰਡਾਂ ਦੇ ਵਿੱਚ, ਸ਼ਹਿਰ ਦੇ ਅੰਦਰ ਜਦੋਂ ਦਾ ਵਿਚਰ ਰਿਹਾ ਲਗਾਤਾਰ, ਮੈਨੂੰ ਕਾਫੀ ਦਿਨ ਹੋ ਗਏ ਤੇ ਮੈਂ ਦੇਖਦਾ ਲਗਾਤਾਰ ਮੈਂ ਬਿਜੀ ਚੱਲ ਰਿਹਾ ਕਿ ਸ਼ਹਿਰ ਦੇ ਲੋਕ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਸਾਡਾ ਕੋਈ ਅਜੇ ਤੱਕ ਬਾਲੀ ਵਾਰਸ ਨਹੀਂ ਬਣਿਆ। ਤੇ ਮੇਰੇ ਤੇ ਪਾਰਟੀ ਨੇ ਔਰ ਸ਼ਹਿਰ ਨੇ ਵਿਸ਼ਵਾਸ ਕੀਤਾ ਹੈ ਤੇ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰੂੰਗਾ ਕਿ ਇਹਨਾਂ ਦਾ ਵਿਸ਼ਵਾਸ ਕਦੇ ਟੁੱਟੇ ਨਾ, ਇਸੇ ਤਰ੍ਹਾਂ ਮੇਰੇ ਉੱਪਰ ਵਿਸ਼ਵਾਸ ਬਣਿਆ ਰਹੇ। ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਧੜੇਬੰਦੀਆਂ ਚੱਲਦੀਆਂ ਤੇ ਸੋਡੀ ਟਰੈਕਟਰ ਨੂੰ ਲੈ ਕੇ ਵੀ ਬੀਜੇਪੀ ਵਰਕਰ ਤੁਹਾਡੇ ਸਾਥ ਦੇ ਰਿਹਾ ਕਿ ਉਹਦੇ ਵਿੱਚ ਵੀ ਧੜੇਬੰਦੀਆਂ ਤਿਆਰ ਹੋਈਆਂ ਵੀ ਨੇ, ਤੇ ਜੇ ਹੋਈਆਂ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਨਜਿੱਠੋਗੇ? ਨਹੀਂ, ਮੈਂ ਮੇਰੇ ਸਾਰੇ ਭਰਾਵਾਂ ਨੂੰ ਕਹੂੰਗਾ ਮੇਰੀ ਕੋਈ ਬੀਜੇਪੀ ਦੇ ਅੰਦਰ ਜਾਂ ਕੈਪਟਨ ਸਾਹਿਬ ਦੀ ਪਾਰਟੀ ਦੇ ਅੰਦਰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਾਰੇ ਮੇਰੇ ਭਰਾ ਹੈ, ਅੱਜ ਮੇਰੇ ਨਾਲ ਚੱਲ ਵੀ ਰਹੇ ਹੈ। ਤਕਰੀਬਨ 1.5 ਸਾਲ ਪਹਿਲਾਂ ਜਦੋਂ ਮੈਂ ਬੀਜੇਪੀ ਦੇ ਵਿੱਚ ਆਇਆ ਸੀ ਤਾਂ ਕੀ ਦੇਖਿਆ ਸੀ ਕਿ ਇਹੋ ਇੱਕ ਪਾਰਟੀ ਹੈ ਜਿਹੜੀ ਦੇਸ਼ ਦੀ ਸੇਵਾ ਵਾਸਤੇ ਕੰਮ ਕਰ ਰਹੀ ਹੈ। ਮੈਂ ਇਹਨਾਂ ਦੇ ਵਿੱਚ ਦੇਖਦਾ ਬਹੁਤ ਕੁਝ ਸਿੱਖਣ ਨੂੰ ਮਿਲਿਆ। ਦੂਜੀ ਕਾਂਗਰਸ ਪਾਰਟੀ ਦੇ ਵਿੱਚ ਵੀ ਮੈਂ ਰਿਹਾ, ਪਰ ਉੱਥੇ ਸਿੱਖਣ ਨੂੰ ਕੀ ਮਿਲਿਆ? ਸਿਰਫ ਲੜਾਈਆਂ ਝਗੜੇ ਔਰ ਤਾਨੇ ਮਿਹਣੇ। ਪਰ ਇਸ ਪਾਰਟੀ ਦੇ ਅੰਦਰ ਜਦੋਂ ਮੈਂ ਆਇਆ ਤੇ ਮੈਨੂੰ ਇੱਕ ਬੜੀ ਵਧੀਆ ਗੱਲ ਲੱਗੀ ਇਹਨਾਂ ਦੀ ਕਿ ਜਿੰਨੇ ਵੀ ਵਰਕਰ ਇਹਦੇ ਵਿੱਚ ਕੰਮ ਕਰ ਰਹੇ ਨੇ ਦੇਸ਼ ਦੀ ਸੇਵਾ ਭਾਵਨਾ ਵਾਸਤੇ ਕੰਮ ਕਰ ਰਹੇ ਨੇ, ਨਾ ਕਿ ਆਪਣੇ ਨਿੱਜੀ ਸਵਾਰਥ ਵਾਸਤੇ। ਮੈਂ ਦੇਖਿਆ 25% ਲੋਕ ਇਹੋ ਜਿਹੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਕਿ ਪਾਰਟੀ ਦੀ ਖਾਤਰ ਆਪਣੀ ਨਿੱਜੀ ਜ਼ਿੰਦਗੀ ਨੂੰ ਤਿਆਗ ਕੇ ਵਿਆਹ ਵੀ ਨਹੀਂ ਕਰਵਾਇਆ ਤੇ ਲਗਾਤਾਰ ਦੇਸ਼ ਦੀ ਸੇਵਾ ਵਾਸਤੇ ਜੁਟੇ ਹੋਏ ਨੇ। ਤੇ ਜਿਨ੍ਹਾਂ ਨੂੰ ਉਹਨਾਂ ਨਾਲ ਗੱਲ ਕਰੀ ਤਾਂ ਦੇਖੋ ਉਹਨਾਂ ਦਾ ਖਾਣਾ ਪੀਣਾ ਬੜਾ ਸਿੰਪਲ, ਰਹਿਣਾ ਸਹਿਣਾ ਬੜਾ ਸਿੰਪਲ, ਤੇ ਹਮੇਸ਼ਾ ਦੇਸ਼ ਦੇ ਭਲੇ ਦੀ ਹੀ ਗੱਲ ਕਰਦੇ ਆ ਜਦੋਂ ਕਰਦੇ ਆ। ਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਯਾਰ ਕੋਈ ਇਸ ਤਰ੍ਹਾਂ ਦੀ ਪਾਰਟੀ ਹੈ ਜਿਹੜੀ ਦੇਸ਼ ਦੇ ਭਲੇ ਵਾਸਤੇ ਕੰਮ ਕਰਦੀ ਹੈ। ਤੁਸੀਂ ਕਹਿ ਰਹੇ ਹੋ ਭਲੇ ਵਾਸਤੇ ਕੰਮ ਕਰ ਰਹੀ ਹੈ, ਪਰ ਪਿੰਡਾਂ ਦੇ ਕਿਸਾਨ ਕਹਿ ਰਹੇ ਆ ਵੀ ਇਸ ਤੋਂ ਮਾੜੀ ਪਾਰਟੀ ਨਹੀਂ ਕੋਈ, ਕਿ ਉਹਨਾਂ ਨੇ ਪੂਰਾ 1 ਸਾਲ ਸੰਘਰਸ਼ ਕਰਿਆ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਚਾਹੇ ਉਹ ਮਸਲਾ ਹੱਲ ਹੋ ਚੁੱਕਿਆ, ਪਰ ਲੋਕ ਅੱਜ ਵੀ ਪਿੰਡਾਂ ਦੇ ਵਿੱਚ ਬੀਜੇਪੀ ਵਰਕਰਾਂ ਦਾ ਡਟ ਕੇ ਵਿਰੋਧ ਕਰ ਰਹੇ ਆ। ਉਸ ਨੂੰ ਤੁਸੀਂ ਕਿਸ ਤਰ੍ਹਾਂ ਨਜਿੱਠੋਗੇ? ਦੇਖੋ, ਕਾਂਗਰਸ ਪਾਰਟੀ ਦੇ ਅੰਦਰ ਵੀ ਸੰਘਰਸ਼ ਹੁੰਦੇ ਆਏ ਹੈ। ਜਦੋਂ ਕਿ ਪਿਛਲੇ ਟਾਈਮ ਦੇ ਦੌਰਾਨ ਕਾਂਗਰਸ ਪਾਰਟੀ ਦੇ ਅੰਦਰ ਕਿਸਾਨਾਂ ਦਾ ਇੱਕ ਸੰਘਰਸ਼ ਹੋਇਆ ਸੀ, ਉਹ ਦਿੱਲੀ ਦੇ ਵਿੱਚ ਵੀ ਹੋਇਆ, ਚੰਡੀਗੜ੍ਹ ਦੇ ਵਿੱਚ ਵੀ ਹੋਇਆ, ਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਡਾਂਗਾਂ ਦੇ ਨਾਲ ਕੁੱਟਿਆ ਸੀ ਕਿਸਾਨਾਂ ਨੂੰ। ਕਿਸਾਨ ਸਾਡੇ ਭਰਾ ਹੈ, ਪਰ ਮੋਦੀ ਜੀ ਨੇ ਇਸ ਤਰ੍ਹਾਂ ਜਿਸ ਤਰ੍ਹਾਂ 1.5 ਸਾਲ ਦਿੱਲੀ ਦੇ ਵਿੱਚ ਇਹਨਾਂ ਨੇ ਧਰਨਾ ਲਾ ਕੇ ਰੱਖਿਆ, ਮੋਦੀ ਜੀ ਇਹਨਾਂ ਦੀਆਂ ਹਰਕਤਾਂ ਨੂੰ ਗੱਲਾਂ ਨੂੰ ਸਮਝਦੇ ਹੋਏ ਕਦੇ ਇਹਨਾਂ ਦੇ ਖਿਲਾਫ ਨਾ ਤਾਂ ਉਹਨਾਂ ਨੇ ਬਿਆਨ ਦਿੱਤਾ ਤੇ ਨਾ ਹੀ ਇਹਨਾਂ ਤੇ ਕੋਈ ਇਸ ਤਰ੍ਹਾਂ ਦਾ ਅਤਿਆਚਾਰ ਕੀਤਾ ਕਿ ਜਿਹਦੇ ਨਾਲ ਆਮ ਲੋਕਾਂ ਨੂੰ ਬੁਰਾ ਲੱਗੇ। ਦੇਖੋ, ਇਹਨਾਂ ਨੇ ਆਪਣਾ ਐਜੀਟੇਸ਼ਨ ਕੀਤਾ ਔਰ ਮੋਦੀ ਜੀ ਨੇ ਕਿਹਾ ਕਿ ਮੇਰੇ ਕਾਨੂੰਨ ਜਿਹੜੇ ਸੀਗੇ ਇੱਕ ਪਵਿੱਤਰ ਦੀਵੇ ਦੀ ਲੋਅ ਦੀ ਤਰ੍ਹਾਂ ਸੀਗੇ ਔਰ ਮੈਂ ਬਹੁਤ ਵਧੀਆ ਕਾਨੂੰਨ ਇਹਨਾਂ ਵਾਸਤੇ ਲੈ ਕੇ ਆਇਆ ਸੀ, ਪਰ ਇਹਨਾਂ ਦੀ ਸਮਝ ਦੇ ਵਿੱਚ ਨਹੀਂ ਆਏ। ਜਦੋਂ ਨਾ ਸਮਝ ਦੇ ਵਿੱਚ ਆਏ ਤਾਂ ਇਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹੀ ਕਾਨੂੰਨ ਮੈਂ ਵਾਪਸ ਵੀ ਕਰ ਲਏ। ਇਹਨਾਂ ਦੀ ਸਾਰੀ ਗੱਲ ਮੰਨੀ ਔਰ ਤੁਸੀਂ ਦੇਖੋ ਅੱਜ ਵੀ ਕਿਸਾਨ ਵਾਸਤੇ ਹਰ ਗਰੀਬ ਕਿਸਾਨ ਦੇ ਖਾਤੇ ਦੇ ਵਿੱਚ 2000 ਰੁਪਇਆ ਮੋਦੀ ਜੀ ਪਾ ਰਹੇ ਹੈ ਔਰ 91 ਸਹੂਲਤਾਂ ਜਿਹੜੀਆਂ ਮੋਦੀ ਜੀ ਨੇ ਦਿੱਤੀਆਂ ਲਗਾਤਾਰ ਅਸੀਂ ਦੇਖ ਰਹੇ ਹਾਂ। ਗਰੀਬਾਂ ਨੂੰ ਸਿਲੰਡਰ ਦਿੱਤੇ ਔਰ ਘਰ ਪਾਉਣ ਵਾਸਤੇ 1.5 ਲੱਖ ਰੁਪਇਆ ਦਿੱਤਾ, ਸਵੱਛ ਸ਼ੌਚਾਲਿਆ ਬਣਾਏ ਗਏ ਔਰ ਸਵੱਛ ਭਾਰਤ ਦੀ ਅਭਿਆਨ ਚਲਾਈ ਗਈ। ਇਸ ਤਰ੍ਹਾਂ ਦੇ ਜਿਹੜੇ 91 ਕੰਮ ਹੈ ਮੋਦੀ ਜੀ ਨੇ ਕੀਤੇ ਹੈ। ਪਰ ਪੰਜਾਬ ਦੇ ਅੰਦਰ ਦੂਸਰੀਆਂ ਸਰਕਾਰਾਂ ਹੋਣ ਦੇ ਕਾਰਨ ਉਹਨਾਂ ਲੋਕਾਂ ਤੱਕ ਉਹਨਾਂ ਨੇ ਸਹੂਲਤਾਂ ਪੁੱਜਣ ਨਹੀਂ ਦਿੱਤੀਆਂ ਜਿੰਨੀਆਂ ਕਿ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਸੀ। ਸਾਡੇ ਕੈਪਟਨ ਸਾਹਿਬ ਮਾਨਯੋਗ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਔਰ ਉਹਨਾਂ ਨੇ ਜੋ ਉਪਰਾਲਾ ਕੀਤਾ, ਬੀਜੇਪੀ ਨਾਲ ਹੱਥ ਮਿਲਾਇਆ, ਤਾਂ 1.5 ਸਾਲ ਪਹਿਲਾਂ 4.5 ਸਾਲ ਪਹਿਲਾਂ ਜੋ ਇਹਨਾਂ ਦੀ ਸਰਕਾਰ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਦੇ ਉੱਪਰ ਜਿਹੜਾ ਬੌਸ ਹੈ ਉਹ ਸਹੀ ਨਹੀਂ ਹੈ, ਉਹਨਾਂ ਨੂੰ ਦਬਾ ਕੇ ਰੱਖਿਆ ਗਿਆ। ਕਾਰਨ ਕੀ ਸੀ ਕਿ ਜਿਹੜੇ ਮੰਤਰੀ ਸੀ ਸਾਰੇ ਕਰਪਸ਼ਨ ਕਰ ਰਹੇ ਸੀ। ਕੈਪਟਨ ਸਾਹਿਬ ਬੋਲਦੇ ਸੀ ਤਾਂ ਇਹ ਕਰਪਸ਼ਨ ਕਰਦੇ, ਆਪਣੀ ਕਰਪਸ਼ਨ ਪਾਉਣ ਦੇ ਮਾਰੇ ਰੌਲਾ ਪਾਉਂਦੇ ਸੀ ਕਿ ਕੈਪਟਨ ਸਾਹਿਬ ਇਸ ਤਰ੍ਹਾਂ ਨਹੀਂ ਕਰ ਰਹੇ, ਕੈਪਟਨ ਸਾਹਿਬ ਇਸ ਤਰ੍ਹਾਂ ਨਹੀਂ ਕਰ ਰਹੇ। ਜੇ ਤਾਂ ਕੈਪਟਨ ਸਾਹਿਬ ਇਹਨਾਂ 'ਤੇ ਕਾਰਵਾਈ ਕਰਦੇ ਸੀ ਤਾਂ ਪਾਰਟੀ ਦੇ ਰੂਲਿੰਗ ਦੇ ਮੁਤਾਬਕ ਗਲਤ ਸੀ, ਤੇ ਜੇ ਨਹੀਂ ਕਾਰਵਾਈ ਕਰਦੇ ਸੀ ਤਾਂ ਇਹਨਾਂ ਨੇ ਆਪ ਮੁਹਾਰੀਆਂ ਕੀਤੀਆਂ। ਤੁਸੀਂ ਦੇਖਿਆ ਕਿੰਨੀ ਕਰਪਸ਼ਨ ਵਧੀ। ਹਰ ਇੱਕ ਪਾਰਟੀ ਦੇ ਵਿੱਚ ਸਾਧੂ ਸਿੰਘ ਧਰਮਸੋਤ ਹੋਇਆ, ਇਹ ਰੇਤ ਮਾਫੀਆ ਹੋਏ, ਇਹਨਾਂ ਨੇ ਸਿਰ ਚੁੱਕਿਆ ਔਰ ਕਿੰਨੇ ਘਪਲੇ ਕੀਤੇ ਤੁਸੀਂ ਦੇਖਿਆ।
ਸਾਡੇ ਵੀ ਕੈਬਨਿਟ ਮੰਤਰੀ ਦਾ ਸਾਰਿਆਂ ਨੂੰ ਪਤਾ ਹੀ ਹਲਕੇ ਦੇ ਵਿੱਚ ਵੀ ਕੀ ਹੋਇਆ। ਪੈਸੇ ਤੋਂ ਬਿਨਾਂ ਇਹਨੇ ਵੀ ਤੁਸੀਂ ਦੇਖਿਆ ਵੀ 5 ਸਾਲ ਕੋਈ ਕੰਮ ਨਹੀਂ ਕੀਤਾ, ਤੇ ਨਾ ਹੀ ਇਹ ਸ਼ਹਿਰ ਦੇ ਅੰਦਰ ਵੜਿਆ। ਜੋ ਰਾਮਪ੍ਰੀਤ ਨੇ ਜਿਤਾਇਆ ਸੀ, ਮਹਾਰਾਜ ਨੇ ਜਿਤਾਇਆ ਸੀ, ਉਹਨਾਂ ਸੁਪਨਿਆਂ ਦੇ ਉੱਤੇ ਪੂਰਾ ਨਹੀਂ ਆਇਆ ਇਹ। ਲੋਕਾਂ ਦੇ ਵਿੱਚ ਇਹ ਜ਼ਰੂਰ ਸੀ ਵੀ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਇਖਤਿਆਰ ਬਦਲਾਅ ਦੀ ਲੋੜ ਹੈ, ਪਰ ਲੋਕ ਫਿਰ ਦੋ ਚਿੱਤੀ 'ਚ ਫਸ ਗਏ ਨੇ, ਕਿਉਂਕਿ 3 ਪਾਰਟੀਆਂ, ਆਮ ਆਦਮੀ ਪਾਰਟੀ, ਇੱਕ ਤੁਹਾਡੀ ਪੰਜਾਬ ਲੋਕ ਕਾਂਗਰਸ ਪਾਰਟੀ ਤੇ ਇੱਕ ਸੰਯੁਕਤ ਕਿਸਾਨ ਮੋਰਚਾ ਪਾਰਟੀ ਆ ਗਈ ਹੈ। ਲੋਕ ਫਿਰ ਉਹਨੇ ਭੰਬਲ ਭੁੱਸੇ 'ਚ ਫਸ ਗਏ ਨੇ ਵੀ ਅਸੀਂ ਆਖਿਰ ਕਿਹੜੀ ਪਾਰਟੀ ਨੂੰ ਚੁਣੀਏ ਜਾਂ ਕਿੱਧਰ ਜਾਈਏ। ਕੀ ਆਪਦਾ ਤੁਹਾਡੀ ਪਾਰਟੀ ਹੈ ਜਾਂ ਕੀ ਲੈ ਕੇ ਆ ਰਹੀ ਹੈ ਇਹਨਾਂ ਵਾਸਤੇ, ਜਨਤਾ ਵਾਸਤੇ ਕੀ ਕਰੋਗੇ ਤੁਸੀਂ ਵੀ ਲੋਕ ਤੁਹਾਡੇ ਨਾਲ ਜੁੜਨ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਡੀ ਪਾਰਟੀ ਦੀ ਉਹ ਦੇਸ਼ ਭਾਵਨਾ ਸੇਵਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਪਿੰਡਾਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਔਰ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ। ਇਸ ਤਰ੍ਹਾਂ ਦੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਕਿ ਉਹ ਆਪਣਾ ਘਰ-ਬਾਰ ਚਲਾਉਣ ਦੇ ਵਿੱਚ ਸਫਲ ਰਹਿ ਸਕਣ, ਉਹ ਇੱਕ ਵਧੀਆ ਆਪਦਾ ਪਰਿਵਾਰ ਚਲਾ ਸਕਣ। ਇਸ ਤਰ੍ਹਾਂ ਦੇ ਅਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਆਮ ਪਾਰਟੀਆਂ ਵਾਂਗੂ ਨਹੀਂ ਕਿ ਅਸੀਂ ਆਹ ਫ੍ਰੀ ਦੇ ਦਾਂਗੇ। ਅਸੀਂ ਲੋਕਾਂ ਨੂੰ ਮੰਗਤੇ ਨਹੀਂ ਬਣਾਉਂਦੇ, ਕਿਉਂਕਿ ਪੰਜਾਬ ਦੀ ਕੌਮ ਇੱਕ ਬਹਾਦਰ ਕੌਮ ਹੈ ਜਿਹੜੀ ਕਿ ਫ੍ਰੀ ਲੰਗਰ ਲਾਉਂਦੀ ਹੈ। ਤੁਸੀਂ ਦੇਖਿਆ ਕਿ ਸਾਡੀਆਂ ਜਿੰਨੀਆਂ ਵੀ ਸਟੇਟਾਂ, ਕਿਸੇ ਦੇ ਵਿੱਚ ਵੀ ਇੰਨੇ ਫ੍ਰੀ ਲੰਗਰ ਨਹੀਂ ਲੱਗਦੇ ਜਿੰਨੇ ਪੰਜਾਬ ਦੇ ਅੰਦਰ ਲੱਗਦੇ ਆ। ਪੰਜਾਬ ਇਨਸਾਨੀਅਤ ਦੀ, ਮਾਨਵ ਦੀ ਸੇਵਾ ਕਰਨ ਵਾਸਤੇ ਹਰ ਟਾਈਮ ਅੱਗੇ ਰਿਹਾ। ਇਹ ਲੋਕ ਸਮਝਦੇ ਵੀ ਸ਼ਾਇਦ ਮੰਗਦੇ ਆ ਜੀ ਸਾਡਾ 1000 ਰੁਪਏ ਬਿਨਾਂ ਇਹ ਭੁੱਖੇ ਮਰ ਜਾਣਗੇ, ਪਰ ਨਹੀਂ, ਸਾਡੇ ਪੰਜਾਬੀ ਮੁੱਛ ਨੂੰ ਨੀਵਾਂ ਨਹੀਂ ਹੋਣ ਦਿੰਦੇ। ਇਸ ਤਰ੍ਹਾਂ ਦੇ ਸੁਪਨਿਆਂ ਦੇ ਮਗਰ ਨਹੀਂ ਲੱਗਣਗੇ ਕਿ ਅਸੀਂ 1000 ਰੁਪਏ ਲੈ ਲਾਂਗੇ ਜਾਂ ਸਾਨੂੰ ਬਿਜਲੀ ਦੀ ਸਹੂਲਤ ਮੁਫਤ ਦੇ ਦਿਓ। ਪੰਜਾਬੀ ਤਾਂ ਕਹਿੰਦੇ ਵੀ ਸਾਨੂੰ ਸਹੂਲਤਾਂ ਦਿਓ, ਸਾਡੇ ਕੋਲ ਪੈਸੇ ਲਓ, ਪਰ ਸਾਨੂੰ ਸਮੇਂ ਸਿਰ ਹਰ ਚੀਜ਼ ਮਿਲਣੀ ਚਾਹੀਦੀ ਹੈ। ਤੁਸੀਂ ਹੁਣ ਕਿਹੜੇ ਮੁੱਦੇ ਲੈ ਕੇ ਤੁਸੀਂ ਮੈਦਾਨ 'ਚ ਉਤਰੇ ਹੋ, ਜਾਂ ਜਨਤਾ ਕੋਲੇ ਕੀ ਲੈ ਕੇ ਜਾਓਗੇ, ਵੀ ਕੀ ਤੁਸੀਂ ਉਹਨਾਂ ਨੂੰ ਦੇਵੋਗੇ, ਜਾਂ ਤੁਹਾਨੂੰ ਕੀ ਲੱਗਦਾ ਵੀ ਹਲਕੇ ਦੇ ਵਿੱਚ ਕੀ ਸਮੱਸਿਆ ਬਣੇ? ਹਲਕੇ ਦੇ ਵਿੱਚ ਕੀ, ਪੂਰੇ ਪੰਜਾਬ ਦੇ ਅੰਦਰ ਬਹੁਤ ਵੱਡੀ ਸਮੱਸਿਆ। ਸਭ ਤੋਂ ਪਹਿਲਾਂ ਤਾਂ ਅੱਜ ਸ਼ਹਿਰ ਦੇ ਵਿੱਚ, ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਕੋਈ ਵਿਕਾਸ ਨਾਂ ਦੀ ਚੀਜ਼ ਨਹੀਂ ਹੈ। ਦੂਜੇ ਪਾਸੇ ਤੁਸੀਂ ਦੇਖ ਹੀ ਰਹੇ ਹੈ ਕਿ ਗੁੰਡਾਗਰਦੀ ਇੰਨੀ ਵੱਧ ਚੁੱਕੀ ਹੈ ਕਿ ਦਿਨੇ ਦਿਹਾੜੇ ਲੁੱਟਾਂ ਖੋਹਾਂ, ਚੋਰੀਆਂ, ਡਾਕੇ, ਸ਼ਰੇਆਮ ਮਰਡਰ ਹੋ ਰਹੇ ਹੈ। ਜਿਸ ਤਰ੍ਹਾਂ ਕਿ ਪਹਿਲਾਂ ਯੂਪੀ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਹੋਇਆ ਕਰਦਾ ਸੀ, ਜੋ ਅੱਜ ਪੰਜਾਬ ਦੇ ਵਿੱਚ ਉਸ ਤੋਂ ਵੀ ਬਿਹਤਰ ਹੁੰਦਾ ਜਾ ਰਿਹਾ। ਇਹ ਦੋਨਾਂ ਪਾਰਟੀਆਂ ਦੀ ਦੇਣ ਹੈ। ਪਹਿਲਾਂ ਅਕਾਲੀਆਂ ਨੇ ਇਹੀ ਕੁਛ ਦਿੱਤਾ, ਬਾਅਦ 'ਚ ਕਾਂਗਰਸ ਨੇ ਉਹਦੀ ਪੈਰ ਦੇ ਵਿੱਚ ਪੈਰ ਰੱਖਿਆ ਤੇ ਇਹੀ ਕੁਛ ਕਾਂਗਰਸ ਨੇ ਦਿੱਤਾ। ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਯੂਪੀ ਦੇ ਵਿੱਚ ਅੱਜ ਦੇਖ ਤੁਸੀਂ ਜਾਓ, ਸਾਡੀਆਂ ਧੀਆਂ ਭੈਣਾਂ ਅੱਧੀ ਰਾਤ ਵੀ ਬਾਜ਼ਾਰ ਦੇ ਵਿੱਚ ਸੜਕ ਤੇ ਜਾਣ ਤਾਂ ਕੋਈ ਉਹਨਾਂ ਖੰਘਣ ਦੀ ਹਿੰਮਤ ਨਹੀਂ ਪੈਂਦੀ ਕਿਸੇ ਦੀ। ਤੇ ਪੰਜਾਬ ਦੇ, ਯੂਪੀ ਦੇ ਅੰਦਰ ਜਿਸ ਤਰ੍ਹਾਂ ਕਾਨੂੰਨ ਦਿੱਤਾ ਸਾਡੀ ਪਾਰਟੀ ਨੇ, ਤੇ ਅੱਜ ਉਹ ਦੁਆਰਾ ਜੋਗੀ ਜੀ ਨੂੰ ਲੈ ਕੇ ਆਉਣ ਵਾਸਤੇ ਤਿਆਰ ਨੇ। ਤੇ ਇਸ ਤਰ੍ਹਾਂ ਹੀ ਅਸੀਂ ਚਾਹੁੰਦੇ ਕਿ ਜਿਵੇਂ ਸਾਡੇ ਕੋਲ ਪੰਜਾਬ 'ਚ ਅੱਜ ਬੀਜੇਪੀ ਦੀ ਔਰ ਗਠਬੰਧਨ ਦੀ ਲਹਿਰ ਬਣ ਚੁੱਕੀ ਹੈ, ਤਾਂ ਇਹ ਮੈਨੂੰ ਉਹ ਦਿਨ ਦੂਰ ਨਹੀਂ ਜਦੋਂ ਬੀਜੇਪੀ ਦੀ ਸਰਕਾਰ ਪੰਜਾਬ ਦੇ ਅੰਦਰ ਵੀ ਆਪਣਾ ਭਗਵਾ ਲਹਿਰਾਊਗੀ ਔਰ ਸਾਡਾ ਗਠਬੰਧਨ ਦੀ ਸਰਕਾਰ ਇੱਥੇ ਪੁਰਜ਼ੋਰ ਕੰਮ ਕਰੂਗੀ। ਉਹ ਦਿਨ ਦੂਰ ਨਹੀਂ ਹੋਊਗਾ। ਹੁਣ ਤੁਸੀਂ ਆਪਦਾ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਜ਼ਿਆਦਾ ਸਮਝਦੇ ਹੋ, ਵੀ ਤੁਹਾਨੂੰ ਅਕਾਲੀ ਦਲ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਾਂ ਆਮ ਆਦਮੀ ਪਾਰਟੀ, ਕਿਹੜੇ ਨਾਲ ਤੁਸੀਂ, ਜਾਂ ਕਾਂਗਰਸ ਦੇ ਜਿਹੜੇ 2 ਧੜ ਬਣ ਚੁੱਕੇ ਹੈ ਉਹ ਤੁਹਾਡੇ ਨਾਲ ਚੱਲਣਗੇ ਜਾਂ ਨਹੀਂ ਚੱਲਣਗੇ? ਨਹੀਂ ਦੇਖੋ ਜੀ, ਅਸੀਂ ਤਾਂ ਇਹਨਾਂ ਨੇ ਕਿਸੇ ਦਾ ਮੁਕਾਬਲਾ ਹੀ ਨਹੀਂ ਸਮਝਦੇ, ਕਿਉਂਕਿ ਇਹਨਾਂ ਨੇ ਲੋਕ ਇਹਨਾਂ ਦੇ ਕੰਮਾਂ ਨੂੰ ਦੇਖ ਚੁੱਕੇ ਹੈ। ਕੇਜਰੀਵਾਲ ਨੇ ਜੋ ਦਿੱਲੀ ਦੇ ਵਿੱਚ ਕੀਤਾ ਤੁਸੀਂ ਦੇਖਿਆ ਹੀ ਹੈ। ਉਹ 1000 ਰੁਪਇਆ ਪਹਿਲਾਂ ਦਿੱਲੀ ਦੇ ਵਿੱਚ ਹੀ ਦੇ ਲਵੇ, ਇੱਥੇ ਦੇਣ ਨੂੰ ਲੋਕਾਂ ਨੂੰ ਕਹਿੰਦਾ ਮੈਂ ਇਹ ਦਊਂਗਾ ਉਹ ਦਊਂਗਾ। ਦਿੱਲੀ ਦੇ ਵਿੱਚ ਤਾਂ ਉਹਦਾ ਇੰਨਾ ਬੁਰਾ ਹਾਲ ਹੈ ਵੀ ਹਾਈ ਕੋਰਟ ਨੇ ਦਿੱਲੀ ਦੀ ਉਹਨੂੰ ਫਟਕਾਰ ਲਾਈ ਹੈ, ਮਾਨਯੋਗ ਉੱਚ ਅਦਾਲਤ ਨੇ, ਕਿ ਉਹਨੇ ਦਿੱਲੀ ਦੇ ਵਿੱਚ ਜੋ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ। ਤੇ ਅੱਜ ਪੰਜਾਬ ਦੇ ਲੋਕਾਂ ਦੇ ਵਾਅਦੇ ਕਿਵੇਂ ਕਰੂਗਾ ਪੂਰੇ? ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਰਦਾਰ ਦਵਿੰਦਰ ਸਿੰਘ ਭੁੱਲਰ ਜੀ ਦਾ ਕੇਸ ਹੋਇਆ, ਤਾਂ ਉਹਦੇ ਵਿੱਚ ਸਾਡੀ ਗੌਰਮੈਂਟ ਨੇ ਵੀ ਉਹਨੂੰ ਇਨਸਾਫ ਵਾਸਤੇ ਫਾਈਲ ਦੇ ਦਿੱਤੀ ਵੀ ਇਹਨੂੰ ਬਾਹਰ ਕੱਢਿਆ ਜਾਵੇ। ਤਾਂ ਇਸੇ ਕੇਜਰੀਵਾਲ ਨੇ ਉਹਦੇ ਤੇ ਰੋਕ ਲਾਈ। ਤੇ ਜਿਹੜੇ ਇੱਥੇ ਕੈਂਡੀਡੇਟ ਖੜੇ ਕੀਤੇ ਹੋਏ ਨੇ ਉਹ ਬਾਹਰ ਦੇ ਹਲਕੇ ਤੋਂ ਆਏ ਆ, ਤੇ ਲੋਕਾਂ ਨੂੰ ਪਤਾ ਹੈ ਕਿ ਸਰ ਵੋਟਾਂ ਲੈਣ ਵਾਸਤੇ ਆਏ ਆ, ਤੇ ਬਾਅਦ ਤਾਂ ਸਾਨੂੰ ਮਿਲਣੇ ਵੀ ਨਹੀਂਗੇ। ਨਾ ਹੀ ਬਲਕਾਰ ਸਿੱਧੂ ਜੀ ਨੇ ਇੱਥੇ ਮਿਲਣਾ ਹੈਗਾ, ਤੇ ਨਾ ਹੀ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰਨਾ ਹੈਗਾ। ਕਾਰਨ ਕੀ ਹੈ ਕਿ ਇਹੀ ਬਲਕਾਰ ਸਿੱਧੂ ਜੀ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਵਾਰ ਚੋਣ ਤਲਵੰਡੀ ਹਲਕੇ ਤੋਂ, ਸੌਰੀ, ਤਾਂ ਉੱਥੋਂ ਇਹਨਾਂ ਦੀ ਟਿਕਟ ਕੱਟ ਕੇ ਉਸੇ ਟਾਈਮ ਟਿਕਟ ਕੱਟੀ ਗਈ। ਤੇ ਇਹਨਾਂ ਦਾ ਭਾਸ਼ਣ ਤੁਸੀਂ ਸੁਣਿਆ ਹੀ ਹੋਣਾ, YouTube ਤੇ ਵੀ ਆ ਰਿਹਾ ਕਿ ਮੇਰੀ ਬੇਬੇ ਕਹਿੰਦੀ ਸੀ ਜਦੋਂ ਬੋਕਰ ਖਿੱਲਰ ਜੇ ਤਾਂ ਉਹ ਲੋਟ ਨਹੀਂ ਆਉਂਦੀ। ਤਾਂ ਤੀਲਾ ਹੋ ਜਾਂਦਾ ਹੈ ਵੀ ਦਿੱਲੀ ਵਾਲੀ ਠੱਗ ਹੈ। ਜਿਹੜਾ ਬੰਦਾ ਖੁਦ ਆਪਣੇ ਮੂੰਹ ਨਾਲ ਠੱਗ ਕਹਿ ਰਿਹਾ, ਉਹਨਾਂ ਠੱਗਾਂ ਨੂੰ ਹੁਣ ਸਾਧ ਕਿਵੇਂ ਕਹੂਗਾ? ਤੁਸੀਂ ਆਪ ਦੱਸ ਦਿਓ ਲੋਕਾਂ ਦੇ ਵਿੱਚ ਜਾ ਕੇ, ਉਹਨਾਂ ਨੂੰ ਕਿਵੇਂ ਕਹੂਗਾ ਕਿ ਹੁਣ ਸਾਧ ਹੋ ਗਏ? ਕਿ ਉਹ ਗੰਗਾ ਨਾ ਆਏ ਜਾਂ ਕੱਚੀ ਲੱਸੀ ਦਾ ਨਹਾ ਲੇ ਜਾਂ ਕਿਸੇ ਪੰਡਤ ਕੋਲੇ ਜਾ ਕੇ ਟੂਣਾ ਕਰਾਇਆ ਵੀ ਹੁਣ ਉਹ ਸਾਧ ਬਣ ਗਈ? ਡਾਕਟਰ ਸਾਹਿਬ, ਤੁਹਾਡੀ ਹੁਣ ਤੱਕ ਜਿਹੜੀ ਸੋਸ਼ਲ ਲਾਈਫ ਹੈ ਜਾਂ ਕੁਛ ਰਹੀ ਹੈ ਉਹ ਕਿਸ ਤਰ੍ਹਾਂ ਰਹੀ ਹੈ? ਅਸੀਂ ਸੁਣਿਆ ਵੀ ਤੁਸੀਂ ਕਿਸੇ ਸੰਸਥਾ ਨਾਲ ਵੀ ਜੁੜੇ ਹੋਏ ਹੋ, ਤੇ ਹੋਰ ਵੀ ਤੁਸੀਂ
ਕਈ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਦੇ ਹੋ, ਕਿਸ ਤਰ੍ਹਾਂ ਦਾ ਤੁਹਾਡਾ ਇਹ ਜ਼ਿੰਦਗੀ ਜੀਵਨ ਸਫ਼ਰ ਲੰਘ ਰਿਹਾ? ਸਰ ਵੈਸੇ ਹੀ ਕਿ ਮੈਂ ਇੱਕ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਆਈ ਹਸਪੀਟਲ ਦੇ ਨਾਲ ਜੁੜਿਆ ਹੋਇਆ, ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਸੇਵਾ ਸਮਿਤੀ ਦੇ ਨਾਂ ਤੇ ਕੰਮ ਕਰ ਰਹੀ ਹੈ, ਤੇ ਲਗਾਤਾਰ ਉਸ ਸੇਵਾ 2003 ਤੋਂ ਲੈ ਕੇ ਅੱਜ ਤੋਂ 17-18 ਸਾਲਾਂ ਹੋ ਗਏ ਉਹ ਆਪਣੀ ਸੇਵਾ ਨੂੰ ਨਿਭਾ ਰਹੀ ਹੈ। ਤੁਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕਿ ਮੈਨੂੰ ਇੱਕ ਬਹੁਤ ਵੱਡਾ ਸ਼ੌਂਕ ਹੈਗਾ ਗਰੀਬਾਂ ਦੀ ਸੇਵਾ ਕਰਨ ਦਾ, ਜਿਸ ਤਰ੍ਹਾਂ ਮੇਰੇ ਕੋਲ ਗਰੀਬ ਇਨਸਾਨ ਇਸ ਤਰ੍ਹਾਂ ਜੋ ਆਪਣੀ ਇਲਾਜ ਨਹੀਂ ਕਰਵਾ ਸਕਦੇ ਜਾਂ ਇਸ ਤਰ੍ਹਾਂ ਦੇ ਲੋੜਵੰਦ ਜਿਨ੍ਹਾਂ ਨੂੰ ਅੱਜ ਅੱਖਾਂ ਦੀ ਲੋੜ ਹੈ, ਉਹਨਾਂ ਦੇ ਅੱਖਾਂ ਦੇ ਵਿੱਚ ਮੋਤੀਆ ਆ ਗਿਆ ਹੁੰਦਾ ਹੈ ਤੇ ਪਰ ਉਹ ਲੈਂਜ ਪਾਉਣ ਤੋਂ ਬੜਾ ਮਹਿਸੂਸ ਕਰਦੇ ਨੇ ਵੀ ਮੇਰੇ ਕੋਲ ਪੈਸੇ ਨਹੀਂ ਆ ਜਾਂ ਮੇਰੇ ਵਧੀਆ ਲੈਂਜ ਪਊਗਾ ਨਹੀਂ ਪਊਗਾ। ਤਕਰੀਬਨ ਅਸੀਂ 1 ਲੱਖ ਤੋਂ ਵੱਧ ਆਪਰੇਸ਼ਨ ਹੈ ਜਿਹੜਾ ਪੰਜਾਬ ਦੇ ਅੰਦਰ ਫ੍ਰੀ ਦੇ ਚੁੱਕੇ ਆ, ਜਿਹਦੇ ਵਿੱਚ ਕਿ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਲੈ ਕੇ ਜਦੋਂ ਆਪਰੇਸ਼ਨ ਕਰਦੇ ਆ ਤਾਂ ਉਹਨਾਂ ਦੀ 100% ਗਰੰਟੀ ਦੇ ਨਾਲ ਆਪਰੇਸ਼ਨ ਕੀਤੇ ਹੋਏ ਨੇ। ਰਾਮਪੁਰਾ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਮੈਂ ਕਾਫੀ ਕੈਂਪ ਲਾਏ, 7 ਤੋਂ 8 ਹਜ਼ਾਰ ਇੱਥੇ ਆਪਰੇਸ਼ਨ ਮੇਰਾ ਫ੍ਰੀ ਕੀਤਾ ਹੋਇਆ ਉਹਨਾਂ ਮਰੀਜ਼ਾਂ ਦਾ ਜਿਨ੍ਹਾਂ ਨੂੰ ਲੋੜ ਸੀ ਮੌਕੇ ਦੀ, ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ। ਉਹਨਾਂ ਨੂੰ ਬੱਸਾਂ ਦੇ ਵਿੱਚ ਲੈ ਕੇ ਜਾਂਦੇ, ਉਹਨਾਂ ਨੂੰ ਖਾਣਾ ਫ੍ਰੀ ਦਿੰਦੇ, ਉਹਨਾਂ ਦੀ ਸੇਵਾ ਕਰਦੇ, ਔਰ ਲੈਂਜ ਪਾਉਣ ਤੋਂ ਬਾਅਦ ਉਹਨਾਂ ਨੂੰ ਇੱਥੇ ਹੀ ਘਰੇ ਛੱਡ ਕੇ ਜਾਂਦੇ, ਕੋਈ ਦਵਾਈ ਦਾ ਪੈਸਾ ਨਹੀਂ ਲੈਂਦੇ ਸੀ। ਤੇ ਉਹ ਇੱਕ ਇਨਸਾਨੀਅਤ ਦੀ ਸੇਵਾ ਸੀ। ਉਸ ਤਰ੍ਹਾਂ ਦਾ ਲੰਮੇ ਟਾਈਮ ਤੋਂ ਮੈਂ ਇਹ ਸੇਵਾ ਨਿਭਾ ਰਿਹਾ। ਪਿੰਡਾਂ ਦੇ ਵਿੱਚ ਵੀ ਜਿਵੇਂ ਤੁਸੀਂ ਦੇਖਿਆ ਮੇਰੇ ਹਰ ਪਿੰਡ ਦੇ ਵਿੱਚ ਕਿਸੇ 7 ਕਿਸੇ 'ਚ 8 ਕਿਸੇ 'ਚ 4 ਕੈਂਪ ਲੱਗੇ ਹੋਏ ਨੇ। ਮੈਂ 42 ਪਿੰਡਾਂ ਦੇ ਵਿੱਚ ਲਗਾਤਾਰ ਕੈਂਪ ਲਾਏ ਤਾਂ ਪੂਰੇ ਪੰਜਾਬ ਦੇ ਅੰਦਰ ਨੇ, ਪਰ 42 ਪਿੰਡਾਂ ਦੇ ਵਿੱਚ ਵੀ ਜਦੋਂ ਵੀ ਮੈਨੂੰ ਕੋਈ ਕੈਂਪ ਲਾਉਣ ਵਾਸਤੇ ਕਹਿੰਦਾ ਸੀ ਜਾਂ ਕੋਈ ਗੱਲ ਹੁੰਦੀ ਸੀ ਤਾਂ ਮੈਂ ਸਮਝਦਾ ਮੇਰਾ ਆਪਣਾ ਹਲਕਾ ਹੈ ਔਰ ਮੈਂ ਆਪਣੇ ਹਲਕੇ ਦੀ ਸੇਵਾ ਜ਼ਰੂਰ ਕਰਨੀ ਹੈ। ਤਾਂ ਇਸ ਤਰ੍ਹਾਂ ਮੈਂ ਮੈਡੀਕਲ ਕੈਂਪ, ਮੇਰੇ ਬੱਚੇ ਡਾਕਟਰ ਨੇ ਤਿੰਨੋਂ, ਤੇ ਕਈ ਵਾਰੀ ਮੈਡੀਕਲ ਕੈਂਪ ਵਾਸਤੇ ਮੇਰੇ ਕੋਲ ਜਾਂਦੇ ਨੇ ਤੇ ਕਾਫੀ ਪਿੰਡਾਂ ਦੇ ਵਿੱਚ ਮੈਂ ਆਪਣੇ ਬੱਚਿਆਂ ਨੂੰ ਭੇਜਦਾ ਵੀ ਜਾ ਕੇ ਬੇਟਾ ਸੇਵਾ ਕਰਕੇ ਆਓ, ਤੇ ਉਹ ਫ੍ਰੀ ਸੇਵਾ ਨਿਭਾ ਕੇ ਜਾਂਦੇ ਨੇ। ਗੌਰਮੈਂਟ ਸਰਵਿਸ ਤੋਂ ਹੁੰਦੇ ਹੋਏ ਵੀ ਜਦੋਂ ਛੁੱਟੀ ਹੁੰਦੀ ਹੈ ਕਦੇ ਤੇ ਉਹ ਫ੍ਰੀ ਸੇਵਾ ਨਿਭਾਉਂਦੇ ਨਹੀਂ। ਤੇ ਜਿਸ ਤਰ੍ਹਾਂ ਦੀ ਮੈਂ ਕੰਮ ਕਰ ਰਿਹਾ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਗੁੜਤੀ ਮਿਲੀ ਹੋਈ ਹੈ, ਉਹ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਸੇਵਾ ਭਾਵਨਾ ਦਾ। ਤੁਹਾਡੇ ਦੱਸਣ ਮੁਤਾਬਕ ਤੁਹਾਡੀ ਫੈਮਿਲੀ ਤਾਂ ਸੋਸ਼ਲ ਸਰਵਿਸ ਵਾਲੀ ਹੈ, ਫਿਰ ਤੁਸੀਂ ਰਾਜਨੀਤੀ 'ਚ ਕਿਸ ਤਰ੍ਹਾਂ ਆ ਗਏ? ਨਹੀਂ, ਰਾਜਨੀਤੀ ਦੇ ਵਿੱਚ ਆਉਣਾ ਤਾਂ ਦੇਖੋ ਜੋਗੀ ਜੀ ਨੇ ਵੀ ਤੁਸੀਂ ਦੇਖਿਆ ਕਿ ਯੂਪੀ ਦੇ ਅੰਦਰ ਜਦੋਂ ਜੋਗੀ ਜੀ ਦੇ ਆਪਾਂ ਉਦਾਹਰਨ ਲੈਂਦੇ ਆ ਤੇ ਇੱਕ ਸੰਤ ਹੋਣ ਦੇ ਨਾਤੇ ਉਹ ਕਹਿੰਦੇ ਵੀ ਦੇਸ਼ ਸੇਵਾ ਵੀ ਇੱਕ ਸੰਤ ਹੈ। ਜਦੋਂ ਇਨਸਾਨ ਦੇਸ਼ ਸੇਵਾ ਵਾਸਤੇ ਨਿਕਲਦਾ ਉਹ ਵੀ ਇੱਕ ਸੰਤ ਹੈ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਬੱਚੇ ਤਿੰਨੋਂ ਸੈੱਟ ਨੇ, ਡਾਕਟਰ ਨੇ ਤਿੰਨੋਂ, MBBS ਨੇ। ਬੇਟਾ ਮੇਰਾ MD ਕਰ ਰਿਹਾ, ਬੇਟੀ ਮੇਰੀ ਇੱਕ MD ਦੀ ਤਿਆਰੀ ਕਰ ਰਹੀ ਹੈ, ਵੱਡੀ ਬੇਟੀ ਜੀ ਦੀ ਮੈਰਿਜ ਐਸੇ ਮਹੀਨੇ ਦੇ ਵਿੱਚ ਮੈਰਿਜ ਹੈ ਰੱਖੀ ਹੋਈ। ਤਾਂ ਤੁਸੀਂ ਦੇਖੋ ਵੀ ਸਿਰਫ ਇਲੈਕਸ਼ਨ ਤੋਂ 2 ਦਿਨ ਪਹਿਲਾਂ ਮੇਰੀ ਬੇਟੀ ਦੀ ਮੈਰਿਜ ਹੈ, ਪਰ ਫਿਰ ਵੀ ਮੈਂ ਲੋਕਾਂ ਦੇ ਵਿੱਚ ਲਗਾਤਾਰ ਵਿਚ ਰਿਹਾ। ਤੇ ਮੈਨੂੰ ਇਹੀ ਹੈ ਵੀ ਮੈਂ ਪ੍ਰਮਾਤਮਾ ਤੋਂ ਅੱਗੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਮੈਂ ਇਹਨਾਂ ਲੋਕਾਂ ਦੇ ਨਾਲ ਇੰਨਾ ਵਧੀਆ ਨਿਭਾ ਸਕਾਂ ਜੋ ਸਾਡੇ ਪਹਿਲਾਂ ਵਾਲੇ ਲੀਡਰ ਨਹੀਂ ਦੇ ਸਕੇ, ਤੇ ਮੈਂ ਉਹਨਾਂ ਦੀਆਂ ਸਾਰੀਆਂ ਭਾਵਨਾਵਾਂ ਨੂੰ ਪੂਰਾ ਕਰ ਸਕਾਂ। ਕੋਈ ਮੇਰੀ ਹਲਕੇ ਦੇ ਅੰਦਰ ਗਰੀਬ ਨਾ ਹੋਵੇ ਤੇ ਨਾ ਕੋਈ ਇਸ ਤਰ੍ਹਾਂ ਦਾ ਬੇਰੁਜ਼ਗਾਰ ਹੋਵੇ ਕਿ ਜਿਹੜਾ ਬੇਰੁਜ਼ਗਾਰੀ ਦੇ ਕਾਰਨ ਨਸ਼ੇ ਦੇ ਵਿੱਚ ਲੱਗਿਆ ਹੋਵੇ। ਤੇ ਮੈਂ ਸਭ ਤੋਂ ਪਹਿਲਾਂ ਚਾਹੁੰਦਾ ਕਿ ਇੱਥੇ ਕਾਨੂੰਨ ਔਰ ਨਸ਼ਾ ਦੋਨੇ ਚੀਜ਼ਾਂ ਜਿਹੜੀਆਂ ਬੰਦ ਕੀਤੀਆਂ ਜਾਣ, ਕਾਨੂੰਨ ਵਧੀਆ ਕਾਨੂੰਨ ਦਿੱਤਾ ਜਾਵੇ, ਇਹਨਾਂ ਨੂੰ ਕਰਪਸ਼ਨ ਬੰਦ ਕੀਤੀ ਜਾਵੇ। ਜਿਸ ਤਰ੍ਹਾਂ ਹੁਣ ਪਿਛਲੀ ਸਰਕਾਰ ਦੇ ਦੌਰਾਨ ਦੇਖਿਆ, ਮੈਂ ਖੁਦ ਉਸ ਮੰਤਰੀ ਦੀ ਬੜੀ ਸਪੋਰਟ ਕੀਤੀ ਸੀ। ਤੁਸੀਂ ਦੇਖਿਆ ਰਾਮਪੁਰੇ ਦੇ ਅੰਦਰ ਵੀ ਕਿੰਨਾ ਸੰਘਰਸ਼ ਕੀਤਾ, ਕਿੰਨੀ ਮਿਹਨਤ ਕੀਤੀ, ਪਰ ਉਹਦਾ ਫਲ ਕੀ ਪਾਇਆ? ਇੱਕ ਤਹਿਸੀਲਦਾਰ ਲੱਗਿਆ ਹੋਇਆ ਸਾਡੇ ਅਵਤਾਰ ਸਿੰਘ ਭਗਤਾ ਭਾਈ ਦੇ ਵਿੱਚ, ਮੈਂ ਖੁਦ ਉਹਦੇ ਕੋਲ ਆਪਣੀ ਰਜਿਸਟਰੀ ਕਰਾਉਣ ਵਾਸਤੇ ਚਲਾ ਗਿਆ। ਉਹਨੇ ਮੇਰੇ ਕੋਲ 25,000 ਰੁਪਏ ਮੰਗਿਆ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਪੈਸੇ ਕਿਸ ਚੀਜ਼ ਦੇ ਲੈ ਰਹੇ ਆ, ਮੇਰੀ ਰਜਿਸਟਰੀ ਸਹੀ ਹੈਗੀ? ਕਹਿੰਦਾ ਜੀ ਪੈਸੇ ਤਾਂ ਲੈਣੇ ਬਣਦੇ ਹੀ ਨਹੀਂ, ਕਿਉਂਕਿ ਅਸੀਂ ਤਹਿਸੀਲਾਂ ਜਿਹੜੀਆਂ ਠੇਕੇ ਤੇ ਲਈਆਂ ਹੋਈਆਂ, ਅਸੀਂ ਮੰਤਰੀ ਸਾਹਿਬ ਨੂੰ ਮਹੀਨਾ ਭਰਦੇ ਹਾਂ। ਜੇ ਮੰਤਰੀ ਸਾਹਿਬ ਮਹੀਨਾ ਭਰਦੇ ਤਾਂ ਅਸੀਂ ਮਹੀਨਾ ਕਿੱਥੋਂ ਲੈ ਕੇ ਦੇਵਾਂਗੇ? ਤੁਹਾਨੂੰ ਤਾਂ ਸਾਡੀ ਤਨਖਾਹ ਦਾ ਹੀ ਪਤਾ ਵੀ ਕਿੰਨੀ ਕੁ ਤਨਖਾਹ ਹੁੰਦੀ ਹੈ। ਜੇ ਅਸੀਂ ਲੋਕਾਂ ਤੋਂ ਇਕੱਠੇ ਕਰਾਂਗੇ ਤਾਂ ਹੀ ਮੰਤਰੀ ਨੂੰ ਦੇਵਾਂਗੇ, ਜੇ ਅਸੀਂ ਉਹਨੂੰ ਨਹੀਂ ਦਿੰਦੇ ਤਾਂ ਉਹਨੇ ਸਾਨੂੰ ਇੱਥੇ ਰਹਿਣ ਨਹੀਂ ਦੇਣਾ। ਇਸ ਕਰਕੇ ਪੈਸੇ ਲੈਣਾ ਸਾਡੀ ਮਜਬੂਰੀ ਬਣਦੀ ਹੈ। ਮੇਰੇ ਕਹਿਣ ਦੇ ਬਾਵਜੂਦ ਵੀ ਉਹ ਮੈਥੋਂ 10,000 ਰੁਪਇਆ ਲੈ ਕੇ ਗਏ। ਤੇ ਜਦੋਂ ਮੈਂ ਮੰਤਰੀ ਸਾਹਿਬ ਜੀ ਕੋਲ ਸ਼ਿਕਾਇਤ ਕੀਤੀ, ਮੈਂ ਕਿਹਾ ਜੀ ਐਂ ਕਹਿੰਦੇ ਵੀ ਅਸੀਂ ਠੇਕੇ ਤੇ ਲਈ ਹੋਈ ਹੈ, ਔਰ ਮੰਤਰੀ ਸਾਹਿਬ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ। ਮੇਰੇ ਸਾਹਮਣੇ 2-3 ਤਹਿਸੀਲਦਾਰ ਬੈਠੇ, ਤੁਹਾਡੇ ਰਾਮਪੁਰੇ ਦਾ ਤਹਿਸੀਲਦਾਰ ਵੀ ਉਸ ਟਾਈਮ ਪਾਸ ਸੀਗਾ, ਇੱਕ DSP ਸਾਹਿਬ ਬੈਠੇ ਸੀ, ਨਾਲ SP ਸਾਹਿਬ ਬੈਠੇ ਸੀ। ਉਹ ਦੇਖਦੇ ਹੱਕੇ ਬੱਕੇ ਰਹਿ ਗਏ ਜਦੋਂ ਉੱਥੇ ਸਾਰਿਆਂ ਦੇ ਵਿੱਚ ਗੱਲ ਕੀਤੀ ਕਿ ਇਹ ਬੰਦੇ ਨੇ ਮੈਥੋਂ ਸ਼ਰੇਆਮ ਰਿਸ਼ਵਤ ਲਈ ਹੈ ਤੇ ਮੈਂ ਤੁਹਾਡਾ ਵਰਕਰ ਹੋਣ ਦੇ ਨਾਤੇ ਮੈਥੋਂ 10,000 ਰਿਸ਼ਵਤ। ਤੇ ਆਮ ਵਰਕਰ ਦਾ, ਆਮ ਆਦਮੀ ਦਾ ਇਸ ਹਲਕੇ ਦੇ ਅੰਦਰ ਕੀ ਹੁੰਦਾ ਹੋਊਗਾ? ਤਾਂ ਉਹਨੂੰ ਕੁਛ ਨਹੀਂ ਕਿਹਾ। ਉਸ ਤੋਂ ਬਾਅਦ 1.5 ਸਾਲ ਉਹ ਬੰਦਾ ਇੱਥੇ ਨੌਕਰੀ ਕਰਕੇ ਗਿਆ। ਤੁਸੀਂ ਹਿਸਾਬ ਲਾਓ ਵੀ ਮੰਤਰੀ ਨੂੰ ਪਤਾ ਲੱਗ ਜੇ ਕਿ ਮੇਰੇ ਹਲਕੇ ਦੇ ਵਿੱਚ ਬੰਦੇ ਨੇ ਮੇਰੇ ਬੰਦੇ ਤੋਂ 10,000 ਰੁਪਇਆ ਰਿਸ਼ਵਤ ਲੈ ਕੇ ਰਜਿਸਟਰੀ ਕੀਤੀ ਹੈ, ਉਹਨੂੰ ਮਿੰਟ ਰਹਿਣ ਦਊਗਾ? ਉਹ ਫਿਰ ਵੀ 1.5 ਸਾਲ ਇੱਥੇ ਲਾ ਕੇ ਗਿਆ।
ਤੇ ਮੈਂ 1.5 ਸਾਲ ਤੱਕ ਤਹਿਸੀਲ ਦੇ ਵਿੱਚ ਨਹੀਂ ਵੜਿਆ। ਉਸ ਟਾਈਮ ਮੈਂ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਆਇਆ, ਕਿਉਂਕਿ ਇਹਦੀਆਂ ਨੀਤੀਆਂ ਮਾੜੀਆਂ ਹੋਣ ਦੇ ਕਾਰਨ ਮੈਨੂੰ ਬੀਜੇਪੀ ਜੁਆਇਨ ਕਰਨੀ ਪਈ। ਤੇ ਅੱਜ ਸਾਡਾ ਗਠਬੰਧਨ ਹੈ, ਅੱਜ ਗਠਬੰਧਨ ਦੇ ਅੰਦਰ ਮੈਨੂੰ ਟਿਕਟ ਮਿਲੀ ਹੈ ਤੇ ਮੈਂ ਕੈਪਟਨ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰੂੰਗਾ। ਹਮੇਸ਼ਾ ਉਹਨਾਂ ਤੇ ਕਦੇ ਦਾਗ ਨਹੀਂ ਲੱਗਣ ਦੂੰਗਾ ਇਸ ਤਰ੍ਹਾਂ ਦਾ ਕਿ ਮੈਂ ਕਰਪਸ਼ਨ ਕਰਾਂ ਜਾਂ ਮੈਂ ਇਸ ਤਰ੍ਹਾਂ ਦਾ ਸੁਪਨਾ ਲੈ ਕੇ ਇੱਥੇ ਆਵਾਂ। ਮੈਂ ਚਾਹੁੰਦਾ ਕਿ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਜੋ ਇਹਨਾਂ ਮੰਤਰੀਆਂ ਤੋਂ ਇਸ ਤਰ੍ਹਾਂ ਦੇ ਘਿਨਾਉਣੇ ਕੰਮ ਹੋਏ ਹੈ, ਮੈਂ ਉਹਨਾਂ ਨੂੰ ਨਾ ਕਰਾਂ, ਇਹਨਾਂ ਦੀਆਂ ਲੀਹਾਂ ਤੇ ਨਾ ਚੱਲਾਂ। ਤੇ ਲੋਕ ਇਹਨਾਂ ਨੂੰ 5-5 4-4 ਵਾਰੀ ਮੌਕਾ ਦੇ ਚੁੱਕੇ ਹੈ ਤੇ ਮੈਂ ਲੋਕਾਂ ਨੂੰ ਕਹਿੰਦਾ ਮੈਨੂੰ ਵੀ ਇੱਕ ਵਾਰੀ ਮੌਕਾ ਦੇ ਕੇ ਦੇਖਣ, ਸ਼ਾਇਦ ਮੈਂ ਇਹਨਾਂ ਦੇ ਸੁਪਨਿਆਂ ਦੇ ਉੱਤੇ ਪੂਰਾ ਆ ਸਕਾਂ। ਕਿਉਂਕਿ ਮੈਂ ਚਾਹੁੰਦਾ ਕਿ ਮੈਂ ਇਹਨਾਂ ਦੇ ਵਿੱਚ ਝੂਠ ਦੀ ਰਾਜਨੀਤੀ ਨਹੀਂ ਕਰਨੀ, ਨਾ ਹੀ ਤਾਂ ਮੈਂ ਝੂਠ ਦੀ ਰਾਜਨੀਤੀ ਕਰਾਂ, ਨਾ ਝੂਠਾ ਵਾਅਦਾ ਕਰਾਂ, ਨਾ ਹੀ ਤਾਂ ਸਹੁੰ ਕਦੇ ਖਾਧੀ ਹੈ ਤੇ ਨਾ ਹੀ ਮੈਂ ਸਹੁੰ ਖਾਵਾਂ। ਦੇਖੋ ਜੀ, ਸਹੁੰਆਂ ਜਿਹੜੀਆਂ ਖਾਈਆਂ ਜਾਂਦੀਆਂ ਉਹ ਨਿਭਾਈਆਂ ਨਹੀਂ ਜਾਂਦੀਆਂ, ਸਹੁੰਆਂ ਹਮੇਸ਼ਾ ਤੋੜੀਆਂ ਜਾਂਦੀਆਂ, ਵਾਅਦੇ ਨਿਭਾਏ ਜਾਂਦੇ ਆ। ਮੈਂ ਇਹਨਾਂ ਸੱਚੇ ਮਨ ਦੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੇ ਬੱਚਿਆਂ ਨੂੰ ਨਸ਼ੇ ਤੇ ਨਹੀਂ ਲਾਵਾਂਗਾ, ਹਮੇਸ਼ਾ ਰੁਜ਼ਗਾਰ ਦੇਵਾਂਗਾ ਔਰ ਤੁਹਾਡੇ ਘਰਾਂ ਦੀ ਤਰੱਕੀ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ। ਆਪਾਂ ਇੰਟਰਵਿਊ ਦੇ ਆਖਰ ਦੇ ਵਿੱਚ ਤੁਹਾਨੂੰ ਇੱਕ ਸਵਾਲ ਪੁੱਛਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਪੁਸ਼ਤੈਨੀ ਪਿੰਡ ਹੈ ਇੱਥੇ ਮਹਾਰਾਜ, ਹਲਕਾ ਰਾਮਪੁਰਾ ਫੂਲ ਦਾ ਸਭ ਤੋਂ ਵੱਡਾ ਪਿੰਡ ਹੈ, ਹਾਂਜੀ, ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ। ਕੈਪਟਨ ਬੇਸ਼ੱਕ ਮੁੱਖ ਮੰਤਰੀ ਪੰਜਾਬ ਵੀ ਰਹਿ ਚੁੱਕੇ ਨੇ, ਪਰ ਜੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਹੱਲ ਦੀ ਗੱਲ ਕਰੀਏ ਤਾਂ ਉਹ ਨਾ ਮਾਤਰ ਹੀ ਹੱਲ ਹੋਈਆਂ ਨੇ। ਪਿੰਡ ਦੇ ਲੋਕ ਅੱਜ ਬਹੁਤ ਔਖੇ ਨੇ, ਚਾਹੇ ਕੋਈ ਵੀ ਸਰਕਾਰ ਆਈ ਹੈ ਪਰ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਤੇ ਉਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਉਹ ਤੁਹਾਡਾ ਵਿਰੋਧ ਕਰਨਗੇ ਜਾਂ ਕਿਵੇਂ ਕਰਨਗੇ? ਨਹੀਂ, ਮਹਾਰਾਜ ਪਿੰਡ ਉਹਨਾਂ ਦੇ ਆਪਣੇ ਪੁਰਖਿਆਂ ਦਾ ਪਿੰਡ ਹੈ, ਮਹਾਰਾਜ ਜੀ ਦਾ ਆਪਣਾ ਪਰਿਵਾਰ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆਪਣੇ ਪਰਿਵਾਰ ਦੇ ਵਿੱਚ ਬੰਦਾ ਕੋਈ ਦੁਖੀ ਵੀ ਹੋਵੇ ਜਾਂ ਕੋਈ ਲੜਾਈ ਝਗੜਾ ਵੀ ਹੋਵੇ ਤੇ ਉਹ ਜਦੋਂ ਕਦੇ ਕੋਈ ਮੁਸੀਬਤ ਪੈਂਦੀ ਹੈ ਜਾਂ ਕਦੇ ਖੁਸ਼ੀ ਦਾ ਮੌਕਾ ਹੁੰਦਾ ਉਦੋਂ ਇੱਕ ਹੋ ਜਾਂਦੇ ਹੈ। ਇਹ 5 ਸਾਲਾਂ ਬਾਅਦ ਇੱਕ ਉਹਨਾਂ ਦੇ ਵਿਆਹ ਦੀ ਤਰ੍ਹਾਂ ਹੈ ਤੇ ਵਿਆਹ ਦੇ ਵਿੱਚ ਤੁਹਾਨੂੰ ਪਤਾ ਵੀ ਰੁੱਸੇ ਹੋਏ ਰਿਸ਼ਤੇਦਾਰ ਵੀ ਮਿਲ ਜਾਂਦੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਤੋਂ ਕੋਈ ਦੁਖੀ ਹੋਊਗਾ। ਮੈਂ ਤਾਂ ਜਿੰਨੇ ਬੰਦਿਆਂ ਨੂੰ ਵੀ ਮਿਲਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਸਾਡੇ ਕੈਪਟਨ ਸਾਹਿਬ ਦਾ ਜੋ ਹੁਕਮ ਹੋਇਆ ਅਸੀਂ ਉਹ ਮੰਨਾਂਗੇ। ਇੱਕ ਕੈਪਟਨ ਸਾਹਿਬ ਹੈ ਪੰਜਾਬ ਦੇ ਅੰਦਰ, ਤੁਸੀਂ ਦੇਖਿਆ ਕਿ ਹਰ ਵਾਰ ਜਦੋਂ ਕੋਈ ਗੱਲ ਕਰਦੇ ਨੇ ਤੇ ਮਹਾਰਾਜ ਦਾ ਨਾਂ ਲੈਂਦੇ ਨੇ, ਮਹਾਰਾਜ ਮੇਰਾ ਪਿੰਡ ਹੈ। ਅੱਜ ਜਦੋਂ ਬੀਜੇਪੀ ਨਾਲ ਗਠਬੰਧਨ ਦੀ ਗੱਲ ਆਈ ਤਾਂ ਸਭ ਤੋਂ ਪਹਿਲੀ ਸੀਟ ਉਹਨਾਂ ਨੇ ਰਾਮਪੁਰਾ ਫੂਲ ਮੰਗੀ ਕਿ ਮੇਰਾ ਪਿੰਡ ਹੈ। ਇਹ ਪਿੰਡ ਦੇ ਲੋਕਾਂ ਤੇ ਉਹਨਾਂ ਨੂੰ ਬਹੁਤ ਮਾਣ ਹੈ। ਮੈਨੂੰ ਵੀ ਲੱਗਦਾ ਵੀ ਜਦੋਂ ਉਹ ਇੱਥੇ ਆਉਣਗੇ ਉਹਨਾਂ ਨੇ ਆਪਣੀ ਕੰਪੇਨ ਮਹਾਰਾਜ ਪਿੰਡ ਤੋਂ ਸ਼ੁਰੂ ਕਰਨੀ ਹੈ। ਮੇਰੀ ਰਣਿੰਦਰ ਜੀ ਨਾਲ ਵੀ ਗੱਲ ਹੋਈ ਸੀ, ਮਹਾਰਾਜ ਪਿੰਡ ਆਉਣਗੇ ਤੇ ਯੁਵਰਾਜ ਜੀ ਕਹਿੰਦੇ ਸੀ ਵੀ ਅਸੀਂ ਜਦੋਂ ਮਹਾਰਾਜ ਪਿੰਡ ਆਏ ਤਾਂ ਉੱਥੇ ਅਸੀਂ ਕੰਬਾਈਨ ਸ਼ੁਰੂ ਕਰਾਂਗੇ। ਤੇ ਮੈਨੂੰ ਲੱਗਦਾ ਵੀ ਸਾਰਾ ਪਿੰਡ ਉਹਨਾਂ ਦਾ ਸਾਥ ਦੇਊਗਾ, ਕਿਉਂਕਿ ਉਹ ਹਮੇਸ਼ਾ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ। ਜਦੋਂ ਵੀ ਮਹਾਰਾਜ ਦੇ ਉੱਤੇ ਕੋਈ ਗੱਲ ਆਉਂਦੀ ਹੈ ਤਾਂ ਉਹ ਹਮੇਸ਼ਾ ਕਹਿੰਦੇ ਨੇ ਅਸੀਂ ਕਿਸੇ ਲੀਡਰ ਤੋਂ ਕੀ ਲੈਣਾ, ਸਾਡੇ ਆਪਣੇ ਲੀਡਰ ਨੇ, ਐਡੇ ਵੱਡੇ ਅਹੁਦਿਆਂ ਤੇ ਨੇ, ਸਾਡੇ CM ਨੇ ਪਿੰਡ ਦੇ। ਕੋਈ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ ਹੈ, ਕੋਈ ਉਹਨਾਂ ਨੂੰ ਆਪਣਾ ਭਰਾ ਕਹਿੰਦਾ ਮੰਨਦਾ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਮਹਾਰਾਜ ਦੇ ਲੋਕਾਂ ਨਾਲ ਤੋਂ ਨਾਰਾਜ਼ ਹੋਣਗੇ। ਇਹ ਸੀ ਜੀ ਸ਼ਰਮਾ ਭਗਤਾ ਭਾਈ ਕਤੋ, ਜੋ ਕਿ ਹਲਕਾ ਰਾਮਪੁਰਾ ਫੂਲ ਤੋਂ ਚੋਣ ਲੜ ਰਹੇ ਨੇ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਇਹਨਾਂ ਦੀਆਂ ਵਾਅਦਿਆਂ ਤੋਂ ਗੱਲਾਂ ਤੋਂ ਕਿੰਨੇ ਕੁ ਪ੍ਰਭਾਵਿਤ ਨੇ। ਪਰ ਅਸੀਂ ਆਸ ਕਰਦੇ ਹਾਂ ਵੀ ਇਸ ਤਰ੍ਹਾਂ ਦੇ ਨਵੇਂ ਲੀਡਰ, ਜੁਝਾਰੂ ਵਰਕਰ ਜਿਹੜੇ ਵੀ ਹੁੰਦੇ ਨੇ, ਇਹਨਾਂ ਨੂੰ ਇੱਕ ਮੌਕਾ ਦੇਣਾ ਜ਼ਰੂਰ ਬਣਦਾ।